ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਡਾਕਟਰ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸਟੂਡੈਂਟਸ, ਅੱਜ ਆਪਾਂ ਜਿਹੜੇ ਟੌਪਿਕ ਬਾਰੇ ਡਿਸਕਸ਼ਨ ਕਰਨੀ ਹੈ ਉਸ ਟੌਪਿਕ ਦਾ ਨਾਮ ਹੈ ਜੀ ਡੀਸੈਲਾਈਨੇਸ਼ਨ ਔਰ ਡੀਸਾਲਟਿੰਗ ਆਫ ਵਾਟਰ। ਰਾਈਟ, ਡੀਸੈਲਾਈਨੇਸ਼ਨ ਔਰ ਡੀਸਾਲਟਿੰਗ ਆਫ ਵਾਟਰ। ਪਹਿਲਾਂ ਤਾਂ ਆਪਾਂ ਇਸ ਕਨਸੈਪਟ ਬਾਰੇ ਸਮਝਣਾ ਕਿ ਐਕਚੁਅਲੀ ਇਹ ਕਨਸੈਪਟ ਹੈ ਕੀ ਹੈ। ਸੋ ਵਟ ਇਜ਼ ਦ ਡੀਸਾਲਟਿੰਗ ਆਫ ਵਾਟਰ। ਨੋਰਮਲੀ ਜੇ ਅਸੀਂ ਦੇਖੀਏ ਕਿ ਸਮੁੰਦਰ ਦਾ ਪਾਣੀ ਜਿਹੜਾ ਉਹ ਖਾਰਾ ਹੁੰਦਾ ਹੈ, ਰਾਈਟ, ਜਾਂ ਜਿਹੜੀਆਂ ਲੇਕਸ ਹੁੰਦੀਆਂ ਹੈ ਕਈ ਵਾਰ ਉਹਨਾਂ ਦਾ ਜਿਹੜਾ ਪਾਣੀ ਉਹ ਵੀ ਖਾਰਾ ਹੁੰਦਾ, ਉਹਨੂੰ ਅਸੀਂ ਬ੍ਰੈਕਿਸ਼ ਵਾਟਰ ਵੀ ਕਹਿੰਦੇ ਆ। ਤਾਂ ਜਦੋਂ ਅਸੀਂ ਨਮਕੀਨ ਪਾਣੀ ਦੇ ਵਿੱਚੋਂ ਨਮਕ ਨੂੰ ਬਾਹਰ ਕੱਢ ਲਈਏ, ਕਾਮਨ ਸਾਲਟ ਮਤਲਬ ਨਮਕ, ਸੋਡੀਅਮ ਕਲੋਰਾਈਡ, ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਥਰੂ ਰਿਮੂਵ ਕਰੀਏ, ਦ ਪ੍ਰੋਸੈਸ ਇਜ਼ ਨੋਨ ਐਜ਼ ਦਾ ਡੀਸੈਲਾਈਨੇਸ਼ਨ ਔਰ ਡੀਸਾਲਟਿੰਗ ਆਫ ਸੀ ਵਾਟਰ। ਰਾਈਟ, ਸੋ ਡੀਸੈਲਾਈਨੇਸ਼ਨ ਔਰ ਡੀਸਾਲਟਿੰਗ ਨੂੰ ਅਸੀਂ ਥੋੜ੍ਹਾ ਜਿਹਾ ਟੈਕਨੀਕਲ ਭਾਸ਼ਾ ਦੇ ਵਿੱਚ ਵੀ ਡਿਸਕਸ ਕਰ ਲਈਏ। ਐਕਚੁਅਲੀ ਇਹ ਪ੍ਰੋਸੈਸ ਹੈ ਕੀ ਹੈ। ਦ ਵਾਟਰ ਕੰਟੇਨਿੰਗ ਡਿਜ਼ੋਲਵਡ ਸਾਲਟਸ ਐਂਡ ਹੈਵਿੰਗ ਵੈਰੀ ਸਾਲਟੀ ਟੇਸਟ ਕਾਲਡ ਦ ਬ੍ਰੈਕਿਸ਼ ਵਾਟਰ। ਖਾਰਾ ਪਾਣੀ ਜਿਹਦਾ ਸਵਾਦ ਨਮਕੀਨ ਹੋਵੇ, ਦੈਟ ਵਾਟਰ ਇਜ਼ ਨੋਨ ਐਜ਼ ਦ ਬ੍ਰੈਕਿਸ਼ ਵਾਟਰ। ਔਰ ਸੈਲਾਈਨ ਵਾਟਰ, ਜਿੱਦਾਂ ਹੰਝੂ ਨਮਕੀਨ ਹੁੰਦੇ ਆ, ਸੋ ਉਹਨੂੰ ਵੀ ਅਸੀਂ ਸੈਲਾਈਨ ਵਾਟਰ ਦੀ ਕੈਟਾਗਰੀ ਦੇ ਵਿੱਚ ਹੀ ਰੱਖਦੇ ਹਾਂ। The process of removal of common salts from this brackish water is called the desalination of seawater. ਤਾਂ ਜਦੋਂ ਇਸ ਖਾਰੇ ਪਾਣੀ ਦੇ ਵਿੱਚੋਂ ਅਸੀਂ ਕਾਮਨ ਸਾਲਟ ਨੂੰ ਰਿਮੂਵ ਕਰ ਲੈਂਦੇ ਹਾਂ ਕਿਸੇ ਨਾ ਕਿਸੇ ਤਰੀਕੇ ਦੇ ਥਰੂ, the process is known as desalination of seawater. ਸੋ ਇਸ ਪਾਣੀ ਦੀ ਨੋਰਮਲੀ ਡੀਸੈਲਾਈਨੇਸ਼ਨ ਵਾਸਤੇ ਅਸੀਂ ਜਿਹੜਾ ਪ੍ਰੋਸੈਸ ਯੂਜ਼ ਕਰਦੇ ਹਾਂ, ਦੈਟ ਪ੍ਰੋਸੈਸ ਇਜ਼ ਨੋਨ ਐਜ਼ ਦਾ ਰਿਵਰਸ ਓਸਮੋਸਿਸ। ਸੋ ਰਿਵਰਸ ਓਸਮੋਸਿਸ ਮਤਲਬ ਓਸਮੋਸਿਸ ਦਾ ਰਿਵਰਸ। ਲੇਕਿਨ ਇਸ ਓਸਮੋਸਿਸ ਦਾ ਰਿਵਰਸ ਕੀ ਆ, ਉਸ ਤੋਂ ਪਹਿਲਾਂ ਸਾਨੂੰ ਓਸਮੋਸਿਸ ਤਾਂ ਪਤਾ ਹੋਣੀ ਚਾਹੀਦੀ ਕਿ ਓਸਮੋਸਿਸ ਕੀ ਹੁੰਦੀ ਆ। ਓਸਮੋਸਿਸ ਪ੍ਰੋਸੈਸ ਨੂੰ ਸਮਝਾਉਣ ਤੋਂ ਪਹਿਲਾਂ ਇੱਕ ਪ੍ਰੋਸੈਸ ਮੈਂ ਹੋਰ ਸਮਝਾਉਣਾ ਚਾਹੂੰਗੀ, ਦੈਟ ਪ੍ਰੋਸੈਸ ਇਜ਼ ਨੋਨ ਐਜ਼ ਡਿਫਿਊਜ਼ਨ। ਰਾਈਟ, ਓਸਮੋਸਿਸ, ਡਿਫਿਊਜ਼ਨ, ਇਹ ਸਾਰੀਆਂ ਮਿਲਦੀਆਂ ਜੁਲਦੀਆਂ ਜਿਹੀਆਂ ਚੀਜ਼ਾਂ ਹੈ। ਪਹਿਲਾਂ ਆਪਾਂ ਇਹਨਾਂ ਨੂੰ ਸਮਝੀਏ ਐਕਚੁਅਲ ਸੈਂਸ ਦੇ ਵਿੱਚ ਇਹ ਚੀਜ਼ਾਂ ਹੈ ਕੀ ਆ। So first of all, I am going to discuss the process of diffusion. What is this diffusion? Diffusion ਕੀ ਹੁੰਦੀ ਹੈ? Diffusion ਜਦੋਂ ਕੋਈ ਵੀ ਮਟੀਰੀਅਲ ਆਪਣੇ ਏਰੀਆ ਆਫ ਹਾਇਰ ਕੰਸਨਟ੍ਰੇਸ਼ਨ ਤੋਂ ਏਰੀਆ ਆਫ ਲੋਅਰ ਕੰਸਨਟ੍ਰੇਸ਼ਨ ਵੱਲ ਨੂੰ ਮੂਵ ਕਰਦੇ ਆ, ਦਿਸ ਪ੍ਰੋਸੈਸ ਇਜ਼ ਨੋਨ ਐਜ਼ ਦ ਡਿਫਿਊਜ਼ਨ। ਰਾਈਟ, ਮੰਨ ਲਓ ਸਾਡੇ ਕੋਲ ਇੰਕ ਭਰੀ ਹੋਈ ਹੈ ਇੱਕ ਬੀਕਰ ਦੇ ਵਿੱਚ, ਪਾਣੀ ਭਰਿਆ ਹੋਇਆ ਇੱਕ ਬੀਕਰ ਦੇ ਵਿੱਚ। ਸੋ ਦਿਸ ਇਜ਼ ਦ ਵਾਟਰ। ਰਾਈਟ, ਅਸੀਂ ਇਸ ਵਾਟਰ ਦੇ ਵਿੱਚ ਇੱਕ ਡ੍ਰੌਪਰ ਦੀ ਹੈਲਪ ਦੇ ਨਾਲ ਇੰਕ ਦਾ ਡ੍ਰੌਪ ਸਿੱਟਿਆ, that is ink. ਰਾਈਟ, ਜਦੋਂ ਅਸੀਂ ਇਸ ਇੰਕ ਦਾ ਡ੍ਰੌਪ ਇੱਥੇ ਸਿੱਟਿਆ, ਇਸ ਏਰੀਆ ਦੇ ਵਿੱਚ ਇੰਕ ਦੇ ਮੋਲੀਕਿਊਲਸ ਦੀ ਜਿਹੜੀ ਮਾਤਰਾ ਹੈ ਕਾਫੀ ਜ਼ਿਆਦਾ ਹੈ। ਤਾਂ ਇੰਕ ਇਸ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਹਾਈ ਕੰਸਨਟ੍ਰੇਸ਼ਨ ਤੇ ਪ੍ਰੈਜ਼ੈਂਟ ਹੈ। ਔਰ ਜੇ ਅਸੀਂ ਇਸ ਆਲੇ ਦੁਆਲੇ ਵਾਲੇ ਏਰੀਆ ਦੇ ਵਿੱਚ ਦੇਖੀਏ ਤਾਂ ਇੱਥੇ ਇੰਕ ਦੇ ਮੋਲੀਕਿਊਲ ਬਿਲਕੁਲ ਨਾ ਦੇ ਬਰਾਬਰ ਹੈ। ਲੇਕਿਨ ਹੌਲੀ ਹੌਲੀ ਅਸੀਂ ਦੇਖਦੇ ਹਾਂ ਕਿ ਇੰਕ ਜਿਹੜੀ ਹੈ ਯੂਨੀਫਾਰਮਲੀ ਪਾਣੀ ਦੇ ਵਿੱਚ ਡਿਸਟ੍ਰੀਬਿਊਟ ਹੋ ਜਾਂਦੀ ਹੈ ਔਰ ਸਾਰਾ ਜਿਹੜਾ ਪਾਣੀ ਹੈ ਉਹ ਕਲਰਡ ਹੋ ਜਾਂਦਾ ਹੈ। ਰਾਈਟ, ਸੋ ਇੰਕ ਜਦੋਂ ਆਪਣੇ ਏਰੀਆ ਆਫ ਹਾਇਰ ਕੰਸਨਟ੍ਰੇਸ਼ਨ ਤੋਂ ਏਰੀਆ ਆਫ ਲੋਅਰ ਕੰਸਨਟ੍ਰੇਸ਼ਨ ਵੱਲ ਨੂੰ ਮੂਵ ਹੋਈ ਹੈ, ਦ ਪ੍ਰੋਸੈਸ ਇਜ਼ ਨੋਨ ਐਜ਼ ਦ ਡਿਫਿਊਜ਼ਨ। ਰਾਈਟ, ਔਰ ਜੇ ਅਸੀਂ ਇਸ ਪ੍ਰੋਸੈਸ ਨੂੰ ਹੋਰ ਸਮਝਣਾ ਹੋਵੇ, ਮੰਨ ਲਓ ਅਸੀਂ ਪਰਫਿਊਮ ਛਿੜਕਿਆ ਹੈ ਔਰ ਥੋੜੀ ਦੇਰ ਬਾਅਦ ਪਰਫਿਊਮ ਦੀ ਸਮੈਲ ਸਾਰੇ ਰੂਮ ਦੇ ਵਿੱਚ ਹੁੰਦੀ ਹੈ, ਔਰ ਉਹ ਵੀ ਕੀ ਹੈ ਕਿ ਪਰਫਿਊਮ ਦੇ ਜਿਹੜੇ ਪਾਰਟੀਕਲ ਹੈ ਆਪਣੇ ਹਾਇਰ ਕੰਸਨਟ੍ਰੇਸ਼ਨ ਵਾਲੇ ਏਰੀਆ ਤੋਂ ਲੋਅਰ ਕੰਸਨਟ੍ਰੇਸ਼ਨ ਵਾਲੇ ਏਰੀਆ ਨੂੰ ਮੂਵ ਕਰਦੇ ਆ। ਸੋ ਦੈਟ ਪ੍ਰੋਸੈਸ ਇਜ਼ ਆਲਸੋ ਨੋਨ ਐਜ਼ ਡਿਫਿਊਜ਼ਨ। ਹੁਣ ਡਿਫਿਊਜ਼ਨ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਮੈਂਬਰੇਨ ਨਹੀਂ ਯੂਜ਼ ਕੀਤੀ, ਡਾਇਰੈਕਟਲੀ ਜਿਹੜੇ ਪਾਰਟੀਕਲਸ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੂਵ ਕਰ ਰਹੇ ਆ। ਰਾਈਟ, ਹੁਣ ਇਹਦੇ ਨਾਲ ਹੀ ਇੱਕ ਹੋਰ ਮੈਂ ਪ੍ਰੋਸੈਸ ਸਮਝਾਉਂਗੀ, ਦੈਟ ਪ੍ਰੋਸੈਸ ਇਜ਼ ਓਸਮੋਸਿਸ। ਵਟ ਇਜ਼ ਦਿਸ ਓਸਮੋਸਿਸ? ਰਾਈਟ, ਜਦੋਂ ਕੋਈ ਵੀ ਸਬਸਟੈਂਸ ਆਪਣੇ ਏਰੀਆ ਆਫ ਹਾਇਰ ਕੰਸਨਟ੍ਰੇਸ਼ਨ ਤੋਂ, ਦੈਟ ਇਜ਼ ਏਰੀਆ ਆਫ ਹਾਇਰ ਕੰਸਨਟ੍ਰੇਸ਼ਨ ਤੋਂ ਏਰੀਆ ਆਫ lower concentration,
ਕੰਸੈਂਟਰੇਸ਼ਨ ਵੱਲ ਨੂੰ ਮੂਵ ਕਰਦਾ ਹੈ ਰਾਈਟ, but through a semi-permeable membrane. That membrane is known as semi-permeable membrane. ਜਦੋਂ ਕੋਈ ਵੀ ਸਬਸਟੈਂਸ ਆਪਣੇ ਏਰੀਆ ਆਫ ਹਾਇਰ ਕੰਸੈਂਟਰੇਸ਼ਨ ਤੋਂ ਏਰੀਆ ਆਫ ਲੋਅਰ ਕੰਸੈਂਟਰੇਸ਼ਨ ਵੱਲ ਨੂੰ ਮੂਵ ਕਰਦਾ ਹੈ through a semi-permeable membrane, the process is known as osmosis. ਇੱਥੇ ਵੀ ਸੇਮ ਹੀ ਪ੍ਰੋਸੈਸ ਹੋਇਆ ਸੀ। ਸਬਸਟੈਂਸ ਕਿੱਥੋਂ ਮੂਵ ਕਰ ਰਿਹਾ ਸੀ? ਏਰੀਆ ਆਫ ਹਾਇਰ ਕੰਸੈਂਟਰੇਸ਼ਨ ਟੂ ਏਰੀਆ ਆਫ ਲੋਅਰ ਕੰਸੈਂਟਰੇਸ਼ਨ। ਪਰ ਇਸ ਜਗ੍ਹਾ ਤੇ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਮੈਂਬਰੇਨ ਪ੍ਰੈਜ਼ੈਂਟ ਨਹੀਂ ਹੈਗੀ। ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਆ ਡਿਫਿਊਜ਼ਨ। ਲੇਕਿਨ ਜਦੋਂ ਕੋਈ ਚੀਜ਼ ਏਰੀਆ ਆਫ ਹਾਇਰ ਕੰਸੈਂਟਰੇਸ਼ਨ ਤੋਂ ਏਰੀਆ ਆਫ ਲੋਅਰ ਕੰਸੈਂਟਰੇਸ਼ਨ ਨੂੰ ਮੂਵ ਕਰੇ ਬਟ ਥਰੂ ਏ ਸੈਮੀ ਪਰਮੀਏਬਲ ਮੈਂਬਰੇਨ, that process is known as osmosis. ਹੁਣ ਰਾਜੇ ਇੱਥੇ ਵਰਡ ਇੱਕ ਆਇਆ ਹੈ ਸੈਮੀ ਪਰਮੀਏਬਲ ਮੈਂਬਰੇਨ, ਤਾਂ ਆਪਾਂ ਇਹਦਾ ਮਤਲਬ ਵੀ ਸਮਝਣਾ। what is membrane? ਮੈਂਬਰੇਨ ਵਰਡ ਕਾਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ? ਮੈਂਬਰੇਨ ਕੋਈ ਸੈਪਰੇਸ਼ਨ, ਕਿਸੇ ਚੀਜ਼ ਨੂੰ ਇੱਕ ਦੂਜੇ ਤੋਂ ਸੈਪਰੇਟ ਕਰਨ ਵਾਲੀ ਚੀਜ਼ ਨੂੰ ਅਸੀਂ ਮੈਂਬਰੇਨ ਕਹਿੰਦੇ ਆ ਰਾਈਟ। ਜਿਸ ਤਰ੍ਹਾਂ ਇੱਕ ਪੋਲੀਥੀਨ ਬੈਗ ਵੀ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਉਹਨੂੰ ਵੀ ਅਸੀਂ ਮੈਂਬਰੇਨ ਦਾ ਨਾਮ ਦਿੰਨੇ ਆ, ਠੀਕ ਹੈ। ਸੋ ਜਿਵੇਂ ਐਗ ਹੈ, ਐਗ ਨੂੰ ਜੇ ਅਸੀਂ ਤੋੜੀਏ ਤਾਂ ਉਹਦੇ ਵਿੱਚੋਂ ਇੱਕ ਝਿੱਲੀ ਜੀ ਨਿਕਲਦੀ ਆ ਟਰਾਂਸਪੇਰੈਂਟ ਜੀ, ਉਹਨੂੰ ਵੀ ਅਸੀਂ ਕੀ ਕਹਿੰਦੇ ਆ? ਮੈਂਬਰੇਨ। ਤਾਂ ਮੈਂਬਰੇਨ ਕੀ ਹੁੰਦੀ ਆ? ਜਿਹੜੀ ਦੋ ਚੀਜ਼ਾਂ ਨੂੰ ਆਪਸ ਦੇ ਵਿੱਚ ਇੱਕ ਦੂਜੇ ਨਾਲੋਂ ਸੈਪਰੇਟ ਆਊਟ ਕਰਦੀ ਆ। that separation is known as the membrane, right? ਔਰ ਮੈਂਬਰੇਨ ਦੀਆਂ ਜਿਹੜੀਆਂ ਟਾਈਪਸ ਜੇ ਅਸੀਂ ਡਿਸਕਸ ਕਰੀਏ, ਟਾਈਪਸ ਮੈਂਬਰੇਨ ਜਿਹੜੀ ਹੈ ਤਿੰਨ ਤਰ੍ਹਾਂ ਦੀ ਹੁੰਦੀ ਆ। ਕਿਹੜੀਆਂ ਤਿੰਨ ਟਾਈਪ ਹੈ? one type permeable membrane. permeable membrane ਜਿਹੜੀ ਮੈਂਬਰੇਨ ਆਪਣੇ ਵਿੱਚੋਂ ਹਰ ਇੱਕ ਚੀਜ਼ ਨੂੰ ਲੰਘਣ ਦੇਵੇ, ਜਿਹੜੀ ਮਰਜ਼ੀ ਚੀਜ਼ ਉਹਦੇ ਚੋਂ ਦੀ ਪਾਸ ਹੋ ਜਾਵੇ, that type of membrane is known as permeable membrane. ਮਤਲਬ ਜੇ ਕੋਈ ਦੋ ਸੋਲਿਊਸ਼ਨ ਇੱਕ ਦੂਜੇ ਨਾਲੋਂ ਸੈਪਰੇਟ ਆਊਟ ਕੀਤੇ ਹੋਏ ਆ, ਸੋਲਿਊਟ ਵੀ ਉਹਦੇ ਵਿੱਚੋਂ ਦੀ ਪਾਸ ਹੋ ਸਕਦਾ ਹੈ ਤੇ ਸੋਲਵੈਂਟ ਵੀ ਉਹਦੇ ਵਿੱਚੋਂ ਦੀ ਪਾਸ ਹੋ ਸਕਦਾ ਹੈ। ਮਤਲਬ ਹਰ ਇੱਕ ਚੀਜ਼ ਨੂੰ ਆਪਣੇ ਵਿੱਚੋਂ ਦੀ ਆਰ ਪਾਰ ਇਹ ਲੰਘਣ ਦੇਵੇ, that type of membrane is known as the permeable membrane, right? ਸੈਕਿੰਡ ਟਾਈਪ ਦੀ ਜਿਹੜੀ ਮੈਂਬਰੇਨ ਹੈ impermeable membrane. permeable membrane ਹੁਣ permeable membrane ਤੇ ਅਸੀਂ ਮਸਲਿਨ ਕਲੌਥ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਮਲਮਲ ਦੇ ਕੱਪੜੇ ਦੀ, ਰਾਈਟ। ਸੋ ਮਲਮਲ ਦਾ ਕੱਪੜਾ ਜੋ ਮਰਜ਼ੀ ਚੀਜ਼ ਇਹਦੇ ਚੋਂ ਦੀ ਲੰਘ ਕੇ ਆਰ ਪਾਰ ਨਿਕਲ ਸਕਦੀ ਆ। impermeable membrane ਜਿਹੜੀ ਕਿਸੇ ਵੀ ਚੀਜ਼ ਨੂੰ ਆਪਣੇ ਵਿੱਚੋਂ ਦੀ ਪਾਸ ਹੋਣ ਨਾ ਦੇਵੇ, ਐਦਾਂ ਦੀ ਝਿੱਲੀ ਜਿਹੜੀ ਹਰ ਇੱਕ ਚੀਜ਼ ਵਾਸਤੇ impermeable ਹੋਵੇ। ਨਾ ਤਾਂ ਇਹਦੇ ਵਿੱਚੋਂ ਦੀ ਸੋਲਿਊਟ ਦੇ ਪਾਰਟੀਕਲ ਜਿਹੜੇ ਆ ਉਹ ਪਾਸ ਆਊਟ ਹੋ ਸਕਦੇ ਆ, ਨਾ ਹੀ ਇਹਦੇ ਵਿੱਚੋਂ ਸੋਲਵੈਂਟ ਦੇ ਪਾਰਟੀਕਲ ਜਿਹੜੇ ਆ ਉਹ ਪਾਸ ਹੋ ਸਕਦੇ ਆ। ਤਾਂ ਐਦਾਂ ਦੀ ਮੈਂਬਰੇਨ ਨੂੰ ਅਸੀਂ ਕਹਿੰਦੇ ਆ impermeable membrane, ਰਾਈਟ। ਸੋ ਥਰਡ ਟਾਈਪ ਦੀ ਮੈਂਬਰੇਨ ਹੋਗੀ ਸੈਮੀ permeable membrane. ਸੈਮੀ ਪਰਮੀਏਬਲ ਮੈਂਬਰੇਨ ਸਟੂਡੈਂਟ ਕੀ ਹੁੰਦੀ ਹੈ? ਜਿਹੜੀ ਮੈਂਬਰੇਨ ਕੁਝ ਇੱਕ ਚੀਜ਼ਾਂ ਨੂੰ ਤਾਂ ਆਪਣੇ ਚੋਂ ਦੀ ਪਾਸ ਹੋਣ ਦੇਵੇ, ਲੇਕਿਨ ਕੁਝ ਇੱਕ ਚੀਜ਼ਾਂ ਨੂੰ ਆਪਣੇ ਵਿੱਚੋਂ ਦੀ ਪਾਸ ਹੋਣ ਨਾ ਦੇਵੇ। ਮੰਨ ਲਓ ਸਾਡੇ ਕੋਲ ਕੋਈ ਐਦਾਂ ਦੀ ਮੈਂਬਰੇਨ ਵਿਚ ਇਜ਼ ਪਰਮੀਏਬਲ ਟੂ ਦਾ ਸੋਲਵੈਂਟ ਪਾਰਟੀਕਲ ਓਨਲੀ। ਸੋਲਵੈਂਟ ਨੂੰ ਤਾਂ ਲੰਘਣ ਦੇਵੇ ਆਪਣੇ ਵਿੱਚੋਂ, ਲੇਕਿਨ ਸੋਲਿਊਟ ਦੇ ਪਾਰਟੀਕਲਸ ਨੂੰ ਨਾ ਲੰਘਣ ਦੇਵੇ, ਐਦਾਂ ਦੀ ਮੈਂਬਰੇਨ ਨੂੰ ਅਸੀਂ ਕਹਿੰਦੇ ਆ ਸੈਮੀ ਪਰਮੀਏਬਲ ਮੈਂਬਰੇਨ। ਸੈਮੀ ਪਰਮੀਏਬਲ ਮੈਂਬਰੇਨ ਸਾਡੇ ਕੋਲ ਨੇਚਰ ਦੇ ਵਿੱਚ ਵੀ ਮਿਲਦੀ ਆ, ਔਰ ਸੈਮੀ ਪਰਮੀਏਬਲ ਮੈਂਬਰੇਨ ਜਿਹੜੀ ਆ ਇਹਨੂੰ ਅਸੀਂ ਆਰਟੀਫਿਸ਼ਲੀ ਵੀ ਸਿੰਥੇਸਾਈਜ਼ ਕਰ ਸਕਦੇ ਆ। ਜਿਸ ਤਰ੍ਹਾਂ ਪਾਰਚਮੈਂਟ ਮੈਂਬਰੇਨ ਹੋਈ, ਪਾਰਚਮੈਂਟ ਮੈਂਬਰੇਨ ਮਤਲਬ ਸਕਿਨ ਤੋਂ ਬਣੀ ਹੋਈ, ਜਿਵੇਂ ਢੋਲਕ ਦੇ ਆ ਜਿਹੜਾ ਚਮੜਾ ਉਹਦੇ ਤੇ ਚੜਿਆ ਹੁੰਦਾ ਹੈ, ਇਟ ਇਜ਼ ਐਨ ਐਗਜ਼ਾਮਪਲ ਆਫ ਪਾਰਚਮੈਂਟ ਮੈਂਬਰੇਨ, ਰਾਈਟ। ਇਸ ਤੋਂ ਬਾਅਦ ਐਗ ਸ਼ੈਲ, ਜਦੋਂ ਅਸੀਂ ਐਗ ਤੋੜਦੇ ਆ ਉਸ ਐਗ ਦੇ ਵਿੱਚੋਂ ਜਿਹੜੀ ਝਿੱਲੀ ਨਿਕਲਦੀ ਹੈ, ਦੈਟ ਇਜ਼ ਆਲਸੋ ਦਾ ਸੈਮੀ ਪਰਮੀਏਬਲ ਮੈਂਬਰੇਨ। ਔਰ ਇਹ ਤਾਂ ਸੀ ਨੈਚੁਰਲ ਸੈਮੀ ਪਰਮੀਏਬਲ ਮੈਂਬਰੇਨ, ਔਰ ਇਹ ਸੈਮੀ ਪਰਮੀਏਬਲ ਮੈਂਬਰੇਨ ਨੂੰ ਅਸੀਂ ਸਿੰਥੈਟਿਕਲੀ ਵੀ ਪ੍ਰਿਪੇਅਰ ਕਰ ਸਕਦੇ ਹਾਂ। ਜਿਸ ਤਰ੍ਹਾਂ ਮੇਰੇ ਕੋਲ ਐਗਜ਼ਾਮਪਲ ਆ ਜਾਂਦੀ ਹੈ, ਸੋ natural semi-permeable membrane
Example, parchment membrane, right? इस तो बाद आ गया सिंथेटिक सेमी परमेबल मैम्ब्रेन, सिंथेटिक सेमी परमेबल ਮੈਂਬਰੇਨ। ਔਰ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਮੈਂਬਰੇਨ ਹੈ ਸਿੰਥੈਟਿਕ ਹੀ ਚੱਲਦੀਆਂ ਹੈ, ਅਸੀਂ ਨੈਚੁਰਲ ਮੈਂਬਰੇਨ ਨੂੰ ਕਿਤੇ ਵੀ ਨਹੀਂ ਯੂਜ਼ ਕਰਦੇ। ਉਹ ਇਹ ਪੋਲੀਮਰ ਬੇਸਡ ਮੈਂਬਰੇਨ ਹੁੰਦੀਆਂ, ਜਿਸ ਤਰ੍ਹਾਂ ਸਾਡੇ ਕੋਲ ਆ ਗਿਆ ਮੈਂਬਰੇਨ ਮੇਡ ਆਫ ਸੈਲੂਲੋਜ਼ ਐਸੀਟੇਟ, ਰਾਈਟ। ਸੈਕਿੰਡ ਟਾਈਪ ਅਸੀਂ ਪੋਲੀਮਿਥਾਈਲ ਮੈਥੈਕਰਾਈਲੇਟ, ਇਹ ਸਾਰੇ ਕੈਮੀਕਲ ਕੰਪਾਊਂਡ ਹੈ। ਪੋਲੀਮਿਥਾਈਲ acrylate based membrane. Then you can also write here the polyamide based membrane. So ਇਹ polymers ਨੂੰ ਅਸੀਂ ਕਿਸੇ ਵੀ synthetic semi permeable membrane ਨੂੰ ਬਣਾਉਣ ਵਾਸਤੇ use ਕਰ ਸਕਦੇ ਹਾਂ। ਸੋ ਅਸੀਂ ਫਿਨੋਮਨਾ ਡਿਸਕਸ ਕਰ ਰਹੇ ਸੀ ਓਸਮੋਸਿਸ ਦਾ, ਜਿਹਦੇ ਵਿੱਚ ਕੋਈ ਵੀ ਸਬਸਟੈਂਸ ਆਪਣੇ ਏਰੀਆ ਆਫ ਹਾਇਰ ਕੰਸੈਂਟਰੇਸ਼ਨ ਤੋਂ ਏਰੀਆ ਆਫ ਲੋਅਰ ਕੰਸੈਂਟਰੇਸ਼ਨ ਵੱਲ ਨੂੰ ਮੂਵ ਕਰਦਾ ਹੈ, ਬਟ ਥਰੂ ਏ ਸੈਮੀ ਪਰਮੇਬਲ ਮੈਂਬਰੇਨ, ਰਾਈਟ। ਹੁਣ ਰਾਜੇ ਓਸਮੋਸਿਸ ਤੇ ਰਿਵਰਸ ਓਸਮੋਸਿਸ ਦੇ ਵਿੱਚ ਫਰਕ ਕੀ ਆ? ਹੁਣ ਓਸਮੋਸਿਸ ਦੀ ਇੱਕ ਐਗਜ਼ਾਮਪਲ ਵੀ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹਾਂਗੀ। ਮੰਨ ਲਓ ਰਾਜੇ ਸਾਡੇ ਕੋਲ ਇੱਕ ਥਿਸਲ ਫਨਲ ਹੈ। ਥਿਸਲ ਫਨਲ ਹੁੰਦੀ ਹੈ ਜਿਹਦਾ ਜਿਹੜਾ ਟੌਪ ਹੈ ਉਹ ਇਸ ਤਰ੍ਹਾਂ ਦਾ ਗੋਲ ਹੁੰਦਾ ਹੈ ਟੌਪ, ਰਾਈਟ। ਅਸੀਂ ਇਸ ਥਿਸਲ ਫਨਲ ਦੇ ਬਾਟਮ ਦੇ ਉੱਤੇ ਇੱਕ ਪਾਰਚਮੈਂਟ ਮੈਂਬਰੇਨ ਨੂੰ ਟਾਈ ਕਰਤਾ, ਬੰਨ੍ਹ ਦਿੱਤਾ, ਰਾਈਟ। ਔਰ ਇਸ ਥਿਸਲ ਫਨਲ ਨੂੰ ਭਰ ਦਿੱਤਾ ਅਸੀਂ ਸ਼ੂਗਰ ਸੋਲਿਊਸ਼ਨ ਦੇ ਨਾਲ। ਸੋ ਇਟ ਹੈਜ਼ ਦਾ ਸ਼ੂਗਰ ਸੋਲਿਊਸ਼ਨ, ਰਾਈਟ। ਔਰ ਇਸ ਥਿਸਲ ਫਨਲ ਨੂੰ ਅਸੀਂ ਡਿਪ ਕੀਤਾ ਕਾਹਦੇ ਵਿੱਚ? ਇੱਕ ਪਾਣੀ ਨਾਲ ਭਰੇ ਹੋਏ ਟੱਬ ਦੇ ਵਿੱਚ। ਸੋ ਦਿਸ ਇਜ਼ ਟੱਬ ਫਿਲਡ ਵਿਦ ਵਾਟਰ, ਰਾਈਟ। ਜਿੱਥੇ ਇਸ ਥਿਸਲ ਫਨਲ ਦੇ ਉੱਤੇ ਪਾਣੀ ਦਾ ਔਰ ਇਹਦੇ ਵਿੱਚ ਸ਼ੂਗਰ ਸੋਲਿਊਸ਼ਨ ਲਗਾ ਕੇ ਇਹਦਾ ਮਾਰਕ ਲਗਾ ਦੇਣਾ। ਸਪੋਜ਼ ਆ ਸਾਡੇ ਕੋਲ ਹਾਈਟ ਹੈਗੀ ਹੈ H1 ਸੋਲਿਊਸ਼ਨ ਦੀ, ਰਾਈਟ। ਤੁਸੀਂ ਇਹਨੂੰ ਥੋੜੇ ਟਾਈਮ ਵਾਸਤੇ ਰੱਖ ਦੇਣਾ। ਥੋੜੇ ਟਾਈਮ ਬਾਅਦ ਦੇਖੋਗੇ ਕਿ ਇਸ ਸ਼ੂਗਰ ਸੋਲਿਊਸ਼ਨ ਦਾ ਲੈਵਲ ਪਹਿਲਾਂ ਨਾਲੋਂ ਵਧਿਆ ਹੁੰਦਾ ਹੈ, ਦੈਟ ਇਜ਼ ਇਨਕਰੀਜ਼ ਹੋ ਕੇ ਕਿੰਨਾ ਹੋ ਗਿਆ? H2 ਹੋ ਗਿਆ। ਇਹਦਾ ਮਤਲਬ ਸ਼ੂਗਰ ਸੋਲਿਊਸ਼ਨ ਫੈਲ ਥੋੜੀ ਰਿਹਾ ਹੈ। ਇਹਦੇ 'ਚ ਐਕਚੁਅਲੀ ਹੋਇਆ ਕੀ ਹੈ ਕਿ ਜਿਹੜਾ ਸ਼ੂਗਰ ਸੋਲਿਊਸ਼ਨ ਹੈ ਉਹਦੇ 'ਚ ਸੋਲਵੈਂਟ ਮਤਲਬ ਪਾਣੀ ਦੀ ਕੰਸੈਂਟਰੇਸ਼ਨ ਘੱਟ ਹੈ। ਬਾਹਰ ਜਿਹੜਾ ਪਾਣੀ ਪਿਓਰ ਪਾਣੀ ਹੈ ਇਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੈ। ਤਾਂ ਪਾਣੀ ਕੀ ਇੱਕ ਸੋਲਵੈਂਟ ਦਾ ਕੰਮ ਕਰ ਰਿਹਾ। ਆ ਜਿਹੜੀ ਹੁਣ ਆ ਪਾਰਚਮੈਂਟ ਮੈਂਬਰੇਨ ਹੈ, ਦਿਸ ਇਜ਼ ਸੈਮੀ ਪਰਮੇਬਲ ਮੈਂਬਰੇਨ, ਪਾਰਚਮੈਂਟ ਮੈਂਬਰੇਨ, ਦਿਸ ਇਜ਼ ਅ ਸੈਮੀ ਪਰਮੇਬਲ ਮੈਂਬਰੇਨ। ਔਰ ਇਹ ਪਾਣੀ ਨੂੰ ਤਾਂ ਆਪਣੇ ਵਿੱਚੋਂ ਦੀ ਪਾਸ ਹੋਣ ਦਿੰਦੀ ਹੈ, ਪਰ ਸ਼ੂਗਰ ਨੂੰ ਆਪਣੇ ਵਿੱਚੋਂ ਦੀ ਪਾਸ ਨਹੀਂ ਹੋਣ ਦਿੰਦੀ। ਹੁਣ ਸ਼ੂਗਰ ਜਿਹੜਾ ਪਾਣੀ ਦੀ ਕੰਸੈਂਟਰੇਸ਼ਨ ਬਾਹਰ ਜ਼ਿਆਦਾ ਹੈ ਅੰਦਰ ਘੱਟ ਹੈ, ਤਾਂ ਇਹ ਓਸਮੋਸਿਸ ਕਰਕੇ ਆਪਣੇ ਏਰੀਆ ਆਫ ਹਾਇਰ ਕੰਸੈਂਟਰੇਸ਼ਨ ਤੋਂ ਏਰੀਆ ਆਫ ਲੋ ਕੰਸੈਂਟਰੇਸ਼ਨ ਵੱਲ ਨੂੰ ਮੂਵ ਕਰਨਾ ਸ਼ੁਰੂ ਹੋ ਜਾਊਗਾ, ਜਿਹਦੇ ਕਰਕੇ ਇਹਦੇ 'ਚ ਪਾਣੀ ਐਕਸੈਸ 'ਚ ਐਡ ਹੋਣ ਕਰਕੇ ਪਾਣੀ ਦਾ ਜਿਹੜਾ ਸੋਲਿਊਸ਼ਨ ਦਾ ਲੈਵਲ ਹੈ H1 ਤੋਂ ਇਨਕਰੀਜ਼ ਹੋ ਕੇ ਕੀ ਹੋ ਜਾਂਦਾ? H2 ਹੋ ਜਾਂਦਾ। ਹੁਣ ਰਾਜੇ ਇਹਦੇ ਵਿੱਚ ਜਦੋਂ ਇਹ ਓਸਮੋਸਿਸ ਦਾ ਪ੍ਰੈਸ਼ਰ ਓਸਮੋਸਿਸ ਦਾ ਪ੍ਰੋਸੈਸ ਹੁੰਦਾ ਹੈ, ਇਹਦੇ ਵਿੱਚ ਦੋ ਤਰ੍ਹਾਂ ਦੇ ਪ੍ਰੈਸ਼ਰ ਜਿਹੜੇ ਆ ਕੰਮ ਕਰਦੇ ਆ। ਵਨ ਇਜ਼ ਓਸਮੋਟਿਕ ਪ੍ਰੈਸ਼ਰ, ਰਾਈਟ। ਓਸਮੋਟਿਕ ਪ੍ਰੈਸ਼ਰ ਕੀ ਹੈ? ਉਹ ਪ੍ਰੈਸ਼ਰ ਜਿਹਦੇ ਕਰਕੇ ਜਿਹੜੇ ਸੋਲਵੈਂਟ ਦੇ ਪਾਰਟੀਕਲ ਹੈ ਆਪਣੇ ਏਰੀਆ ਆਫ ਹਾਇਰ ਕੰਸੈਂਟਰੇਸ਼ਨ ਤੋਂ ਏਰੀਆ ਆਫ ਲੋਅਰ ਕੰਸੈਂਟਰੇਸ਼ਨ ਵੱਲ ਨੂੰ ਮੂਵ ਕਰ ਰਹੇ ਆ। that pressure is known as osmotic pressure। और दूसरा pressure ਜਿਹੜਾ ਇੱਥੇ ਕੰਮ ਕਰ ਰਿਹਾ that is hydrostatic pressure। hydrostatic pressure और ਉਹਦੀ ਵੈਲਿਊ ਜਿਹੜੀ ਹੁੰਦੀ ਹੈ m/g/h ਦੇ ਬਰਾਬਰ ਹੁੰਦੀ ਹੈ। ਹਾਈਡਰੋਸਟੈਟਿਕ ਪ੍ਰੈਸ਼ਰ ਇਸ ਲਿਕੁਇਡ ਕਾਲਮ ਦੇ ਦੁਆਰਾ ਐਗਜ਼ਰਟ ਕੀਤਾ ਜਾਣ ਵਾਲੇ ਪ੍ਰੈਸ਼ਰ ਨੂੰ ਅਸੀਂ ਕੀ ਕਹਿੰਦੇ ਆ? ਹਾਈਡਰੋਸਟੈਟਿਕ ਪ੍ਰੈਸ਼ਰ, ਜਿਹਦੇ ਵਿੱਚ m ਕੀ ਆ? ਮਾਸ, ਜਿਹੜਾ ਵੀ ਸਬਸਟੈਂਸ ਲਿੱਤਾ ਉਹਦਾ ਮਾਸ ਹੈ। g ਹੈ that is gravity, acceleration due to gravity, and h ਕੀ ਹੈ? this is the height of liquid column, right?
ਸੋ ਦੋ ਤਰ੍ਹਾਂ ਦੇ ਪ੍ਰੈਸ਼ਰ ਇਹਦੇ ਵਿੱਚ ਕੰਮ ਕਰਦੇ, ਇੱਕ ਆਸਮੋਟਿਕ ਪ੍ਰੈਸ਼ਰ ਤੇ ਇੱਕ ਹਾਈਡਰੋਸਟੈਟਿਕ ਪ੍ਰੈਸ਼ਰ। ਸੋ ਸਟੂਡੈਂਟ, ਜਦੋਂ ਆਸਮੋਸਿਸ ਹੁੰਦੀ ਆ ਦਾ ਜਿਹੜਾ ਆਸਮੋਟਿਕ ਪ੍ਰੈਸ਼ਰ ਹੈ ਉਹਦੀ ਵੈਲਿਊ ਹਮੇਸ਼ਾ ਕਾਹਦੇ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਆ? ਹਾਈਡਰੋਸਟੈਟਿਕ ਪ੍ਰੈਸ਼ਰ ਦੇ ਨਾਲੋਂ। ठीक है, ऑस्मोसिस वास्ते ऑस्मोटिक प्रेशर शुड बी ग्रेटर दैन हाइड्रोस्टैटिक प्रेशर, राइट। फिर ऑस्मोसिस दा प्रोसेस हुंदा है, राइट। हुण राजे आपां एक इत्थे प्रोसेस की कीता, इस लिक्विड कॉलम दे उत्ते एक पिस्टन लगाता, ठीक है। पिस्टन दे उत्ते तुसी वेट पाओगे, प्रेशर पाओगे, प्रेशर पा के नूं दबन दी कोशिश करोगे। इस केस दे विच साडे कोल उल्ट प्रोसेस हो जाना, दैट इज हाइड्रोस्टैटिक pressure will become greater than the osmotic pressure. हाइड्रोस्टैटिक प्रेशर ऑस्मोटिक प्रेशर ਦੇ ਨਾਲੋਂ ਵੱਧ ਜੂਗਾ, ਰਾਈਟ। ਮਤਲਬ ਇਹਦੇ ਉੱਤੇ ਭਾਰ ਪੈਣ ਕਰਕੇ ਜਿਹੜਾ ਪ੍ਰੈਸ਼ਰ ਇਹਦੇ ਉੱਪਰ ਲੱਗਦਾ ਸੀਗਾ ਉਹ ਵੱਧ ਜੂਗਾ। ਕਾਹਦੇ ਨਾਲੋਂ? ਇਸ ਪ੍ਰੈਸ਼ਰ ਦੇ ਨਾਲੋਂ ਜਿਹਦੇ ਥਰੂ ਇਹ ਸੋਲਵੈਂਟ ਇਹਦੇ ਵਿੱਚ ਮੂਵ ਕਰਦਾ ਸੀ। ਹਾਈਡਰੋਸਟੈਟਿਕ ਪ੍ਰੈਸ਼ਰ ਦੀ ਵੈਲਿਊ ਆਸਮੋਟਿਕ ਪ੍ਰੈਸ਼ਰ ਦੇ ਨਾਲੋਂ ਜ਼ਿਆਦਾ ਹੋਣ ਕਰਕੇ ਜਿਹੜਾ ਸੋਲਵੈਂਟ ਪਹਿਲਾਂ अपने एरिया ऑफ हायर कंसनट्रेशन तो एरिया ऑफ लोअर कंसनट्रेशन वाल नूं मूव करदा सी, ਉਹ उल्ट तरीके नाल बहना शुरू हो जांदा। दैट विल मूव फ्रॉम एरिया ऑफ लोअर कंसनट्रेशन टू द एरिया ऑफ हायर कंसनट्रेशन, राइट। सॉल्वेंट ऑस्मोसिस दे विच सॉल्वेंट किद्दां मूव करदा? एरिया ऑफ हायर कंसनट्रेशन टू एरिया ऑफ लोअर कंसनट्रेशन। पर जदों असी ऑस्मोसिस दा रिवर्स कर दिए तो सॉल्वेंट किद्दां मूव करदा? अपने एरिया ऑफ लोअर कंसनट्रेशन तो एरिया ऑफ हायर कंसनट्रेशन, राइट। सो इस होल प्रोसेस दे विच जिहड़ी सैमी परमीएबल मैंब्रेन है, इट इज़ परमीएबल ओनली फॉर द सॉल्वेंट, नॉट फॉर द सल्यूट, ठीक है। द सॉल्वेंट इन केस ऑफ ऑस्मोसिस, जे ऑस्मोसिस हुंदी आ, सॉल्वेंट किद्दां मूव करदा? फ्रॉम एरिया ऑफ हायर कंसनट्रेशन टू एरिया ऑफ लोअर कंसनट्रेशन। जिथे सॉल्वेंट ज़्यादा है, प्योर है, उतों जिथे उहदी मात्रा घट है उधर वाल मूव करता है। दैट प्रोसेस अकर्स ड्यूरिंग द प्रोसेस ऑफ ऑस्मोसिस, राइट। लेकिन जे असी रिवर्स ऑस्मोसिस ले लीए, ठीक है, उस केस दे विच सॉल्वेंट दी मूवमेंट किद्दां होगी? सॉल्वेंट किद्दां मूव करूगा? अपने एरिया ऑफ लोअर कंसनट्रेशन टू एरिया ऑफ हायर कंसनट्रेशन, राइट। लोअर कंसनट्रेशन तो हायर कंसनट्रेशन। और ये चीज़ पॉसिबल किद्दां होई कि जदों सॉल्वेंट एरिया ऑफ हायर कंसनट्रेशन टू लोअर मूव करदा सी, उस टाइम ਇਹਦੇ ਵਿੱਚ ਜਿਹੜਾ ऑस्मोटिक ਪ੍ਰੈਸ਼ਰ ਸੀ ਉਹਦੀ ਵੈਲਿਊ ਜ਼ਿਆਦਾ ਹੁੰਦੀ ਸੀ ਹਾਈਡਰੋਸਟੈਟਿਕ ਪ੍ਰੈਸ਼ਰ ਦੇ ਨਾਲੋਂ, ਰਾਈਟ। और रिवर्स ऑस्मोसिस के केस दे विच जिहड़ा ऑस्मोटिक प्रैशर है या हाइड्रोस्टैटिक प्रैशर है, इहदी वैल्यू वध जांदी है कादे नालों? ऑस्मोटिक प्रैशर नूं। साडे कोल ऑस्मोसिस दा रिवर्स होना शुरू हो जांदा। दैट्स वाई दिस प्रोसेस इज नोन एज द रिवर्स ऑस्मोसिस। और इस रिवर्स ऑस्मोसिस दे प्रोसेस दा फायदा साइंटिस्ट ने रज के उठाया किस काम वास्ते? for the desalination of sea water, right students। ਹੁਣ ਆਪਾਂ ਇਸ ऑस्मोसिस ਦੇ ਪ੍ਰਿੰਸੀਪਲ ਨੂੰ ਹੀ ਯੂਜ਼ ਕਰਕੇ ਕਿਸ ਤਰੀਕੇ ਦੇ ਨਾਲ ਪਾਣੀ ਦੀ ਡੀਸੈਲਾਈਨੇਸ਼ਨ ਕਰਨੀ ਹੈ, ਡੀਸਾਲਟਿੰਗ ਕਰਨੀ ਹੈ, ਉਹਦੇ ਵਾਸਤੇ ਅਸੀਂ ਇੱਕ ਚੈਂਬਰ ਯੂਜ਼ ਕਰਦੇ ਹਾਂ। ਇਸ ਚੈਂਬਰ ਦੇ ਰਾਜੇ ਦੋ ਕੰਪਾਰਟਮੈਂਟ ਹੁੰਦੇ ਆ, ਇੱਕ ਅਪਰ ਕੰਪਾਰਟਮੈਂਟ, ਰਾਈਟ, ਐਂਡ ਦੈਨ ਲੋਅਰ ਕੰਪਾਰਟਮੈਂਟ, ठीक है। ये आप डीसैलाइनेशन ऑफ सी वाटर प्रोसेस की करना होना सी? डीसाल्टिंग ऑफ सी वाटर,
ਰਾਈਟ। ਸੋ ਇਹਦੇ ਵਾਸਤੇ ਡਬਲ ਚੈਂਬਰ ਵਾਲਾ ਅਸੀਂ ਇੱਕ ਸੈਟਲਮੈਂਟ ਯੂਜ਼ ਕਰਦੇ ਹਾਂ। ਅਪਰ ਚੈਂਬਰ ਜਿਹਦੇ ਵਿੱਚ ਅਸੀਂ ਕਨਸਟੈਂਟਲੀ ਕਾਹਦੀ ਸਪਲਾਈ ਦੇਣੀ ਆ, ਸੀ ਵਾਟਰ ਦੀ, ਰਾਈਟ। ਔਰ ਇਸ ਚੈਂਬਰ ਨੂੰ ਲੋਅਰ ਚੈਂਬਰ ਨਾਲੋਂ ਸੈਪਰੇਟ ਆਊਟ ਅਸੀਂ ਕੀਤਾ ਹੁੰਦਾ ਇੱਕ ਸਪੈਸੀਫਿਕ ਟਾਈਪ ਦੀ ਮੈਂਬਰੇਨ ਦੇ ਨਾਲ, ਵਿਚ ਇਜ਼ ਨੋਨ ਐਜ਼ ਸੈਮੀ ਪਰਮੀਏਬਲ ਮੈਂਬਰੇਨ, ਰਾਈਟ। ਔਰ ਹੁਣ ਇਸ ਅਪਰ ਕੰਟੇਨਰ ਦੇ ਉੱਤੇ ਅਸੀਂ ਇੱਥੇ ਕੀ ਪਾਇਆ ਹੋਇਆ, ਪ੍ਰੈਸ਼ਰ ਪਾਇਆ ਹੋਇਆ, weight ਰੱਖੇ ਹੋਏ ਆ। ਔਰ ਇਹ ਪ੍ਰੈਸ਼ਰ ਕਿੱਥੇ ਨੂੰ ਐਗਜ਼ਰਟ ਕੀਤਾ ਜਾਂਦਾ, ਡਾਊਨਵਰਡ ਐਗਜ਼ਰਟ ਕੀਤਾ ਜਾਂਦਾ। ਸੋ ਦਿਸ ਇਜ਼ ਅ ਮੂਵੇਬਲ ਪਿਸਟਨ। ਇਹਦੇ ਉੱਤੇ ਮੂਵ ਕਰਨ ਵਾਲਾ ਇੱਕ ਪਿਸਟਨ ਅਸੀਂ ਫਿਟ ਕੀਤਾ ਹੁੰਦਾ। ਦਿਸ ਇਜ਼ ਸੈਮੀ ਪਰਮੀਏਬਲ ਮੈਂਬਰੇਨ ਐਂਡ ਦਿਸ ਵਨ ਇਜ਼ ਲੋਅਰ ਕੰਪਾਰਟਮੈਂਟ। ਇਸ ਲੋਅਰ ਕੰਪਾਰਟਮੈਂਟ ਦੇ ਵਿੱਚ ਇੱਕ ਆਊਟਲੈਟ ਹੈ ਐਂਡ ਦਿਸ ਆਊਟਲੈਟ ਇਜ਼ ਫॉर ਦਾ ਸੌਫਟ ਵਾਟਰ ਕਹਿ ਲਓ, ਜਾਂ ਤੁਸੀਂ ਇਹਨੂੰ ਮਿਨਰਲ ਫ੍ਰੀ ਵਾਟਰ ਵੀ ਕਹਿ ਸਕਦੇ ਹੋ। ਔਰ ਸੋ ਦਿਸ ਵਨ ਇਜ਼ ਸੌਫਟ ਵਾਟਰ, ਰਾਈਟ। ਔਰ ਇਹਦੇ ਉੱਤੇ ਇੱਕ ਜਿਹੜਾ ਆਊਟਲੈਟ ਹੈ, ਦੈਟ ਆਊਟਲੈਟ ਇਜ਼ ਫॉर ਦਾ ਵੇਸਟ ਵਾਟਰ, ਰਾਈਟ। ਸੋ ਹੁਣ ਰਾਜੇ ਇਸ ਪ੍ਰੋਸੈਸ ਦੇ ਵਿੱਚ ਅਸੀਂ ਕਰਨਾ ਕਿ ਉੱਪਰਲੇ ਚੈਂਬਰ ਦੇ ਵਿੱਚ ਸੀ ਵਾਟਰ ਫਿਲ ਕਰ ਦੇਣਾ, ਜਿਹੜਾ ਕਿ ਖਾਰਾ ਹੈ, ਦੈਟ ਇਜ਼ ਸੈਲਾਈਨ ਵਾਟਰ, ਰਾਈਟ। ਅਦਰਵਾਈਜ਼ ਔਰ ਨੀਚਲੇ ਚੈਂਬਰ ਦੇ ਵਿੱਚ ਸਾਡੇ ਕੋਲ ਕੀ ਹੈ, ਦਿਸ ਕੈਰੀ ਦਾ ਪਿਓਰ ਵਾਟਰ ਜਾਂ ਇਟ ਕੈਰੀ ਦਾ ਸੌਫਟ ਵਾਟਰ, ਜਿਹਦੇ ਵਿੱਚ ਕੋਈ ਵੀ ਸਾਲਟ ਨਹੀਂ ਘੁਲਿਆ ਹੋਇਆ, ਠੀਕ ਹੈ। ਹੁਣ ਪਾਣੀ ਸੋਲਵੈਂਟ, ਇਹ ਸੋਲਿਊਸ਼ਨ ਹੈ, ਆ ਪਿਓਰ ਸੋਲਵੈਂਟ ਹੈ, ਤਾਂ ਇਹਦੇ ਵਿੱਚ ਸੋਲਵੈਂਟ ਦੀ ਕੰਸਨਟ੍ਰੇਸ਼ਨ ਜ਼ਿਆਦਾ, ਇਹਦੇ ਵਿੱਚ ਘੱਟ ਹੈ। ਤਾਂ ਅਦਰਵਾਈਜ਼ ਸਾਡੇ ਕੋਲ ਪ੍ਰੋਸੈਸ ਕੀ ਹੋਣਾ ਚਾਹੀਦਾ ਸੀ, ਪਾਣੀ ਇੱਧਰੋਂ ਇੱਧਰ ਜਾਣਾ ਚਾਹੀਦਾ ਸੀਗਾ। ਲੇਕਿਨ ਅਸੀਂ ਕੀਤਾ ਕਿ ਜਿਹੜਾ ਹਾਈਡਰੋਸਟੈਟਿਕ ਪ੍ਰੈਸ਼ਰ ਨੂੰ ਵਧਾਤਾ, ਇਸ ਪਿਸਟਨ ਦੇ ਉੱਤੇ ਅਸੀਂ ਕੀ ਲਗਾਤੇ, weight ਲਗਾਤੇ। ਜਦੋਂ weight ਲਗਾਏ ਤਾਂ ਹਾਈਡਰੋਸਟੈਟਿਕ ਪ੍ਰੈਸ਼ਰ ਦੀ ਵੈਲਿਊ ਔਸਮੋਟਿਕ ਪ੍ਰੈਸ਼ਰ ਦੇ ਨਾਲੋਂ ਵੱਧ ਗਈ, ਜਿਹਦੇ ਕਰਕੇ ਪਾਣੀ ਉੱਪਰੋਂ ਨੀਚੇ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ, ਦੈਟ ਇਜ਼ ਪਿਓਰ ਵਾਟਰ। ਛਣ ਕੇ ਇਸ ਸੈਮੀ ਪਰਮੇਬਲ ਮੈਂਬਰੇਨ ਚੋਂ ਪਾਣੀ ਨੀਚੇ ਆਣਾ ਸ਼ੁਰੂ ਹੋ ਗਿਆ ਔਰ ਉੱਪਰਲੇ ਚੈਂਬਰ ਦੇ ਵਿੱਚ ਸਾਡੇ ਕੋਲ ਸਾਲਟੀ ਵਾਟਰ ਇਕੱਠਾ ਹੁੰਦਾ ਰਹਿੰਦਾ ਹੈ ਔਰ ਉਸ ਸਾਲਟੀ ਵਾਟਰ ਨੂੰ ਰਿਮੂਵ ਕਰਨ ਵਾਸਤੇ ਸਾਈਡ ਤੇ ਇੱਕ ਵੇਸਟ ਵਾਟਰ ਦੀ ਪਾਈਪ ਲਗਾਈ ਜਾਂਦੀ ਹੈ ਜਿਹਦੇ ਚੋਂ ਕੰਟੀਨਿਊਸਲੀ ਇਹ ਵਾਟਰ ਜਿਹੜਾ ਹੈ ਰਿਮੂਵ ਹੁੰਦਾ ਰਹਿੰਦਾ ਹੈ। ਠੀਕ ਹੈ, ਔਰ ਇੱਥੇ ਜਿਹੜਾ ਸਾਡੇ ਕੋਲ ਪਾਣੀ ਆਉਂਦਾ ਉਹਦੇ ਚ ਕੋਈ ਵੀ ਮਿਨਰਲ ਨਹੀਂ ਘੁਲਿਆ ਹੋਇਆ ਹੁੰਦਾ ਐਂਡ that water is known as the soft water and this process is known as demineralization or desalting of sea water। so ਇਹ ਸਾਡੇ RO ਦਾ ਪ੍ਰਿੰਸੀਪਲ ਹੈ। RO mean to say reverse, O मतलब osmosis। students, osmosis, so ਮੇਰੇ ਆਈਡੀਆ ਦੇ ਮੁਤਾਬਕ ਇਸ ਪਰਪਸ ਵਾਸਤੇ ਜੇ ਅਸੀਂ ਪਾਣੀ ਨੂੰ ਸਾਲਟ ਫ੍ਰੀ ਕਰਨਾ ਤਾਂ ਉਹ ਪਾਣੀ ਨੂੰ ਅਸੀਂ ਕਿਸੇ ਐਕਸਪੈਰੀਮੈਂਟਲ ਵਰਕ ਵਾਸਤੇ ਯੂਜ਼ ਕਰਨ ਵਾਸਤੇ ਤਾਂ ਠੀਕ ਹੈ, ਪਰ ਇਹ ਪਾਣੀ ਜਿਹੜਾ ਅਸੀਂ ਪੀਣ ਵਾਸਤੇ ਜੇ ਇਹਦਾ ਘੱਟ ਵਰਤੋਂ ਕਰੀਏ ਤਾਂ ਉਹ ਸਾਡੇ ਵਾਸਤੇ ਚੰਗੀ ਗੱਲ ਹੈ ਕਿਉਂਕਿ ਜਦੋਂ ਪਾਣੀ ਦੇ ਵਿੱਚ ਕਈ ਐਸੇ ਸਾਲਟ ਹੈ ਜਿਹੜੇ ਕਿ ਸਾਡੇ ਸਰੀਰ ਨੂੰ ਪਾਣੀ ਦੇ ਥਰੂ ਮਿਲਦੇ ਆ, ਜਦੋਂ ਅਸੀਂ ਉਹਦੀ ਡੀਸੈਲਾਈਨੇਸ਼ਨ ਕਰ ਦਿੰਦੇ ਆ ਥਰੂ ਦਾ ਪ੍ਰੋਸੈਸ ਆਫ ਰਿਵਰਸ ਔਸਮੋਸਿਸ ਤਾਂ ਉਸ ਪਾਣੀ ਦੀ ਟੋਟਲ ਡੀਸਾਲਟਿੰਗ ਹੋ ਜਾਂਦੀ ਆ ਜਿਹਦੇ ਕਰਕੇ ਪਾਣੀ ਟੋਟਲੀ ਮਿਨਰਲ ਫ੍ਰੀ ਹੋ ਜਾਂਦਾ। ਤਾਂ ਜਿਹੜੇ ਮਿਨਰਲ ਸਾਨੂੰ ਪਾਣੀ ਤੋਂ ਮਿਲਦੇ ਆ ਉਹ ਮਿਨਰਲ ਮਿਲਨੇ ਬੰਦ ਹੋ ਜਾਂਦੇ ਆ, ਕੈਲਸ਼ੀਅਮ ਦੀ ਜਿਹੜੀ ਸਾਡੀ ਬੋਡੀ ਦੇ ਵਿੱਚ ਘਾਟ ਆ ਜਾਂਦੀ ਆ ਜਿਹਦੇ ਕਰਕੇ ਹੱਡੀਆਂ ਨਾਰਮਲੀ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਸ ਕਰਕੇ ਅਸੀਂ ਇਸ RO ਦੇ ਪਾਣੀ ਨੂੰ ਡੋਮੈਸਟਿਕ ਯੂਜ਼ ਵਾਸਤੇ ਪ੍ਰੈਫਰ ਨਹੀਂ ਕਰਾਂਗੇ, ਉਹਦੇ ਵਾਸਤੇ ਸਿੰਪਲੀ ਅਸੀਂ ਉਦਾਂ ਦਾ ਫਿਲਟਰ ਘਰ ਦੇ ਵਿੱਚ ਯੂਜ਼ ਕਰ ਸਕਦੇ ਹਾਂ ਜਿਹਦੇ ਥਰੂ ਉਹਦੇ ਵਿੱਚ ਸਸਪੈਂਡਡ ਇੰਪਿਓਰਿਟੀ ਰਿਮੂਵ ਹੋ ਜਾਣੀਆਂ ਚਾਹੀਦੀਆਂ ਤੇ ਉਹਦੀ ਜਿਹੜੇ ਵੀ ਬੈਕਟੀਰੀਆ ਉਹ ਡਿਸਟਰੋਏ ਹੋ ਜਾਣੇ ਚਾਹੀਦੇ ਆ। ਮਤਲਬ UV ਲੈਂਪ ਵਾਲਾ ਤੇ ਸਿੰਪਲ ਫਿਲਟਰ ਵਾਲਾ ਜਿਹੜੀ ਅਸੀਂ ਫਿਲਟਰ ਘਰ ਦੇ ਵਿੱਚ ਪਾਣੀ ਨੂੰ ਸਾਫ਼ ਕਰਨ ਵਾਸਤੇ ਯੂਜ਼ ਕਰ ਸਕਦੇ ਹਾਂ। RO ਦੇ ਕੇਸ ਦੇ ਥਰੂ ਨਾਰਮਲੀ ਅਸੀਂ ਇਹ ਮੰਨਦੇ ਆ ਕਿ ਪਾਣੀ ਦੇ ਵਿੱਚ ਮਿਨਰਲ ਦੀ ਜਿਹੜੀ ਪਰਸੈਂਟੇਜ ਹੈ ਉਹ ਘਟ ਜਾਂਦੀ ਆ। ਸੋ ਦਿਸ ਇਜ਼ ਦਾ ਡੀਸੈਲਾਈਨੇਸ਼ਨ ਆਫ ਸੀ ਵਾਟਰ ਬਾਈ ਦਾ ਪ੍ਰੋਸੈਸ ਆਫ RO or reverse osmosis
ਸੋ ਇਹਦੇ ਵਿੱਚ ਮੈਂ ਕੁਝ ਡੈਫੀਨੇਸ਼ਨਾਂ ਡਿਸਕਸ ਕੀਤੀਆਂ ਹੋਈਆਂ। ਸੋ ਪਹਿਲੇ ਨੰਬਰ ਤੇ ਆਪਾਂ ਕੀ ਕਹਿ ਰਹੇ ਸੀਗੇ, ਵਟ ਇਜ਼ ਦਾ ਡੀਸੈਲਾਈਨੇਸ਼ਨ ਔਰ ਡੀਸਾਲਟਿੰਗ ਆਫ ਵਾਟਰ, ਸਾਲਟੀ ਵਾਟਰ। ਸੋ ਜਿਹੜੇ ਪਾਣੀ ਦੇ ਵਿੱਚ ਘੋੜੇ ਹੋਏ ਸਾਲਟ ਉਹਨਾਂ ਨੂੰ ਅਸੀਂ ਬ੍ਰੈਕਿਸ਼ ਵਾਟਰ ਕਹਿੰਦੇ ਆ। ਜਦੋਂ ਪਾਣੀ ਦੇ ਵਿੱਚੋਂ ਇਹ ਸਾਲਟ ਕੱਢ ਲਿੱਤੇ ਜਾਂਦੇ ਆ, ਦੈਟ ਇਜ਼ ਨੋਨ ਐਜ਼ ਡੀਸੈਲਾਈਨੇਸ਼ਨ ਆਫ ਵਾਟਰ। ਔਸਮੋਸਿਸ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਔਸਮੋਸਿਸ ਮਤਲਬ ਜਦੋਂ ਕੋਈ ਵੀ ਮਟੀਰੀਅਲ ਆਪਣੇ ਏਰੀਆ ਆਫ ਹਾਇਰ ਕੰਸਨਟ੍ਰੇਸ਼ਨ ਤੋਂ ਲੋਅਰ ਕੰਸਨਟ੍ਰੇਸ਼ਨ ਮੂਵ ਕਰਦਾ ਥਰੂ ਅ ਸੈਮੀ ਪਰਮੇਬਲ ਮੈਂਬਰੇਨ, ਦਾ ਪ੍ਰੋਸੈਸ ਇਜ਼ ਨੋਨ ਐਜ਼ ਦਾ ਔਸਮੋਸਿਸ। ਲੇਕਿਨ ਜਦੋਂ ਲੋਅਰ ਕੰਸਨਟ੍ਰੇਸ਼ਨ ਤੋਂ ਹਾਇਰ ਕੰਸਨਟ੍ਰੇਸ਼ਨ ਵੱਲ ਨੂੰ ਮੂਵ ਕਰਦਾ ਹੈ ਡਿਊ ਟੂ ਐਨ ਇਨਕਰੀਮੈਂਟ in hydrostatic pressure, the process is known as the reverse of osmosis, that is reverse osmosis. ਹੁਣ osmotic pressure ਕੀ ਹੁੰਦਾ? The force which is responsible for the movement of solvent from low solute concentration to high solute concentration is called the osmotic pressure. ਸੋ ਔਸਮੋਟਿਕ ਪ੍ਰੈਸ਼ਰ ਜਿਹਦੇ ਕਰਕੇ ਜਦੋਂ ਕੋਈ ਵੀ ਸੋਲਵੈਂਟ ਆਪਣੇ ਹਾਇਰ ਕੰਸਨਟ੍ਰੇਸ਼ਨ ਤੋਂ ਲੋਅਰ ਕੰਸਨਟ੍ਰੇਸ਼ਨ ਵੱਲ ਨੂੰ ਮੂਵ ਕਰਦਾ ਹੈ, ਦੈਟ ਇਜ਼ ਨੋਨ ਐਜ਼ ਦਾ ਰਿਵਰਸ ਔਸਮੋਸਿਸ, ਦੈਟ ਇਜ਼ ਨੋਨ ਐਜ਼ ਔਸਮੋਟਿਕ ਪ੍ਰੈਸ਼ਰ। ਹਾਈਡਰੋਸਟੈਟਿਕ ਪ੍ਰੈਸ਼ਰ ਲਿਕੁਇਡ ਕॉलम ਕਰਕੇ ਜਿਹੜਾ ਪ੍ਰੈਸ਼ਰ ਲਿਕੁਇਡ ਤੇ ਐਗਜ਼ਰਟ ਹੁੰਦਾ ਹੈ, ਦੈਟ ਇਜ਼ ਨੋਨ ਐਜ਼ ਹਾਈਡਰੋਸਟੈਟਿਕ ਪ੍ਰੈਸ਼ਰ। ਔਰ ਸੈਮੀ ਪਰਮੇਬਲ ਮੈਂਬਰੇਨ which is permeable for solvent but not for the solute, that membrane is known as semi permeable membrane। और डीसलाइनेशन और डीसाल्टिंग ऑफ सी वाटर बाय रिवर्स ऑस्मोसिस ਇਹ ਕਿੱਦਾਂ ਕਰਨੀ ਹੈ, ਮੈਂ ਤੁਹਾਨੂੰ ਆਲਰੇਡੀ ਇਹ ਸੈਟਿੰਗ ਦੱਸ ਚੁੱਕੀ ਹਾਂ ਕਿ ਇਹਦੇ 'ਚ ਅਸੀਂ ਉੱਪਰਲੇ ਚੈਂਬਰ 'ਚ ਸੀ ਵਾਟਰ ਲੈਣਾ, ਨੀਚੇ ਪਿਓਰ ਵਾਟਰ ਹੁੰਦਾ ਹੈ। ਮੈਂਬਰੇਨ ਇਜ਼ ਸੈਮੀ ਪਰਮੇਬਲ ਮੈਂਬਰੇਨ ਔਰ ਇਹਨੂੰ ਅਸੀਂ ਪਿਸਟਨ ਫਿਟ ਕੀਤਾ ਹੁੰਦਾ ਤਾਂ ਕਿ ਹਾਈਡਰੋਸਟੈਟਿਕ ਪ੍ਰੈਸ਼ਰ ਨੂੰ ਅਸੀਂ ਲੋਡ ਪੈਣ ਤੇ ਵਧਾ ਦਈਏ। ਇਸ ਹੁਣ ਸੀ ਵਾਟਰ ਦੇ ਵਿੱਚ ਸਾਲਟ ਦੀ ਮਾਤਰਾ ਜ਼ਿਆਦਾ ਹੈ, ਰਾਈਟ। ਜਦੋਂ ਅਸੀਂ ਹਾਈਡਰੋਸਟੈਟਿਕ ਪ੍ਰੈਸ਼ਰ ਨੂੰ ਆਸਮੋਟਿਕ ਪ੍ਰੈਸ਼ਰ ਨਾਲੋਂ ਵਧਾ ਦਿੰਦੇ ਆ ਤਾਂ ਪਾਣੀ ਜਿਹੜਾ ਸੀ ਵਾਟਰ ਦੇ ਵਿੱਚੋਂ ਛਣ ਕੇ ਨੀਚੇ ਵਾਲੇ ਪਿਓਰ ਵਾਟਰ 'ਚ ਐਡ ਹੋਣਾ ਸ਼ੁਰੂ ਹੋ ਜਾਂਦਾ ਹੈ। ਐਂਡ ਦੈਟ ਔਰ ਨਮਕ ਜਿਹੜਾ ਹੈ ਉੱਪਰਲੇ ਚੈਂਬਰ 'ਚ ਹੀ ਰਹਿੰਦਾ ਹੈ ਔਰ ਉਹ ਜਿਹੜਾ ਵੇਸਟ ਵਾਟਰ ਹੈ ਟਾਈਮ ਟੂ ਟਾਈਮ ਅਸੀਂ ਉੱਪਰਲੇ ਚੈਂਬਰ 'ਚੋਂ ਰਿਮੂਵ ਕਰਦੇ ਰਹਿੰਦੇ ਹਾਂ। Now the sea water which is rich in the salt is added in the upper tank above the semi-permeable membrane. When the piston is pressed to apply the hydrostatic pressure, salt cannot pass through the membrane. Salt नहीं pass हो सकते पर पानी pass होगा, but it pushed the water in the lower chamber which is pure and free from any type of salt। ਤਾਂ ਥੱਲੇਲੇ ਚੈਂਬਰ ਦੇ ਵਿੱਚ ਸਾਡੇ ਕੋਲ ਪਿਓਰ ਵਾਟਰ ਇਕੱਠਾ ਹੋ ਜਾਂਦਾ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਘੁਲੇ ਹੋਏ ਸਾਲਟ ਨਹੀਂ ਹੁੰਦੇ। ਸੋ ਦੈਟ ਪ੍ਰੋਸੈਸ ਇਜ਼ ਨੋਨ ਐਜ਼ ਰਿਵਰਸ ऑस्मोसिस। सो अज की डेट दे विच रिवर्स ऑस्मोसिस का प्रोसैस जिहड़ा है नॉर्मली पानी की प्योरीफिकेशन वास्ते यूज़ किया जा रहा है। साडे घरां दे विच इहो प्रोसैस ज़्यादा यूज़ किया जा रहा है, इहो जिहड़े प्लांट है वो ज़्यादा लगे हुए हैं साडे घरां दे विच। पर जिवें मैं दस्सिया कि मैं इस प्रोसैस की फेवर दे विच नहीं हैगी। सो थैंक यू वेरी मच स्टूडेंट, अज वास्ते इन्ना ही काफ़ी है। शुक्रिया।